गुरु प्यारी साध संगत जीओ, वाहिगुरू जी का खालसा, वाहिगुरू जी की फतेह। ਦੁਨੀਆ ਦਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ। ਹਰ ਕੌਮ ਕੋਲ ਸ਼ਹੀਦੀਆਂ ਦਾ ਸਰਮਾਇਆ ਹੈ। ਪਰ ਜਦੋਂ ਅਸੀਂ ਸਾਰੇ ਇਤਿਹਾਸ ਦੀ ਤੁਲਨਾ ਉਹਦੇ ਕੇਵਲ ਇਹਨਾਂ 7 ਦਿਨਾਂ ਨਾਲ ਕਰਦੇ ਹਾਂ ਤਾਂ ਸਾਰੀ ਕਾਇਨਾਤ ਵਿੱਚ ਇਸ ਇਤਿਹਾਸ ਦੀ ਤੁਲ ਸਾਨੂੰ ਦੂਸਰਾ ਨਜ਼ਰ ਨਹੀਂ ਆਉਂਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਪੰਥ ਦਾ 6 ਪੋਹ ਤੋਂ 13 ਪੋਹ ਤੱਕ ਦਾ ਸਫ਼ਰ, ਉਹਨਾਂ ਦੇ ਸਰਬੰਸ ਦੀ ਘਾਲਣਾ, ਜਿਸ ਦੇ ਅੱਗੇ ਕੁੱਲ ਕਾਇਨਾਤ ਦਾ ਸਿਰ ਝੁਕ ਜਾਂਦਾ ਹੈ। 6 ਪੋਹ ਦੀ ਉਹ ਸੰਧਿਆ ਸੀ ਜਦੋਂ ਗੁਰੂ ਸਾਹਿਬ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਅਸੀਂ ਹੁਣ ਆਨੰਦਪੁਰ ਸਾਹਿਬ ਛੱਡ ਕੇ ਰੁਖਸਤ ਹੋਵਾਂਗੇ। ਸ਼ਾਮ ਦਾ ਵੇਲਾ ਹੈ ਜਦੋਂ ਗੁਰੂ ਸਾਹਿਬ ਸੰਗਤਾਂ ਨਾਲ ਉਸ ਸਥਾਨ 'ਤੇ ਪਹੁੰਚੇ ਜਿੱਥੇ ਧੰਨ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸੰਸਕਾਰ ਹੋਇਆ। ਉਸ ਸਥਾਨ ਨੂੰ ਸੀਸਗੰਜ ਸਾਹਿਬ ਕਹਿੰਦੇ ਹਨ। ਮਹਾਰਾਜ ਜੀ ਨੇ ਸੀਸਗੰਜ ਸਾਹਿਬ ਦੀਆਂ 3 ਪਰਿਕਰਮਾ ਕੀਤੀਆਂ ਤੇ ਅਰਦਾਸ ਕੀਤੀ ਤੇ ਸੰਗਤ ਨੂੰ ਮੁਖਾਤਿਬ ਹੋ ਕੇ ਬਚਨ ਕੀਤੇ ਕਿ ਕੌਣ ਸਿੰਘ ਇੱਥੇ ਸੇਵਾ ਨਿਭਾਏਗਾ। ਭਾਈ ਗੁਰਬਖਸ਼ ਜੀ ਨੇ ਆਪਣੇ ਆਪ ਨੂੰ ਇਸ ਸੇਵਾ ਲਈ ਪੇਸ਼ ਕੀਤਾ। ਇਹਨਾਂ ਦੀ ਝੋਲੀ ਵਿੱਚ ਇਹਨਾਂ ਸਥਾਨਾਂ ਦੀ ਸਾਂਝ ਸੰਭਾਲ ਦੀ ਸੇਵਾ ਪਾ ਕੇ 1.5 ਕੁ ਪੈਰ ਰਾਤ ਰਹਿੰਦੀ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋ ਗਏ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਸਨ ਤਾਂ ਵਾਪਸ ਆਨੰਦਪੁਰ ਸਾਹਿਬ ਨਹੀਂ ਆਏ। ਇਸੇ ਤਰ੍ਹਾਂ ਹੀ ਅੱਜ ਜਦੋਂ ਗੁਰੂ ਸਾਹਿਬ ਜੀ ਆਪਣੇ ਪੂਰੇ ਪਰਿਵਾਰ ਦੇ ਨਾਲ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਤਾਂ ਉਹ ਵੀ ਵਾਪਸ ਨਹੀਂ ਆਏ। ਸਤਿਗੁਰੂ ਜੀ ਤੁਰੇ ਹਨ। ਬਾਬਾ ਅਜੀਤ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਭਾਈ ਆਲਮ ਸਿੰਘ ਜੀ, ਕੁਛ ਯੋਧੇ ਕਾਫਲੇ ਦੀ ਸਭ ਤੋਂ ਪਿਛਲੀ ਬਾਈ ਤੇ ਹਨ। ਕਾਫਲੇ ਦੇ ਮੋਹਲੇ ਕਤਾਰ ਤੇ ਕਲਗੀਧਰ ਪਾਤਸ਼ਾਹ ਜੀ, ਭਾਈ ਉਦੈ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, 5 ਪਿਆਰੇ ਸਤਿਗੁਰੂ ਜੀ ਦੇ ਨਾਲ ਹਨ। ਬਾਲ, ਬੀਬੀਆਂ, ਮਾਤਾਵਾਂ ਮਹਿਲ ਵਿਚਕਾਏ ਹਨ। ਸ਼੍ਰੀ ਕੀਰਤਪੁਰ ਸਾਹਿਬ ਤੱਕ ਇਹ ਕਾਫਲਾ ਸਹਿਜ ਰੂਪ ਵਿੱਚ ਟੁਰਿਆ। ਸ਼ਾਹੀ ਟਿੱਬੀ ਦੇ ਕੋਲ ਇਹ ਕਾਫਲਾ ਪਹੁੰਚਦਾ ਹੈ ਤੇ ਇਸ ਕਾਫਲੇ ਉੱਪਰ ਹਮਲਾ ਹੋ ਜਾਂਦਾ ਹੈ ਸ਼ਾਹੀ ਫੌਜਾਂ ਤੇ ਪਹਾੜੀਆ ਰਾਜਾਂ ਵੱਲੋਂ। ਲੱਖਾਂ ਦੇ ਹੜ੍ਹ ਨੂੰ ਬਾਬਾ ਅਜੀਤ ਸਿੰਘ, ਭਾਈ ਜੀਵਨ ਸਿੰਘ ਆਪਣੇ ਦਲਾਂ ਸਹਿਤ ਰੋਕੀ ਬੈਠੇ ਹਨ। ਘਮਾਸਾਨ ਯੁੱਧ ਹੋ ਰਿਹਾ ਹੈ। ਚਲਦਾ ਚਲਦਾ ਕਾਫਲਾ ਸਰਸਾ ਦੇ ਤੱਟ ਤੱਕ ਆਉਂਦਾ ਹੈ। 7 ਪੋਹ ਦਾ ਦਿਨ ਸੀ ਜਦੋਂ ਕਾਫਲਾ ਸਰਸਾ ਨਦੀ ਤੇ ਪਹੁੰਚਿਆ ਤਾਂ ਗੁਰੂ ਸਾਹਿਬ ਇੱਥੇ ਅੰਮ੍ਰਿਤ ਵੇਲੇ ਦੀ ਸੰਭਾਲ ਕਰ ਰਹੇ ਹਨ। ਇੱਥੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਕਿ ਕਿੰਨੀਆਂ ਵੀ ਮੁਸ਼ਕਿਲਾਂ ਕਿਉਂ ਨਾ ਆਉਣ, ਨਿਤਨੇਮ ਨਹੀਂ ਛੱਡਣਾ, ਅੰਮ੍ਰਿਤ ਵੇਲਾ ਸੰਭਾਲਣਾ ਹੈ, ਉਸ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੈ। ਇੱਕ ਪਾਸੇ ਸਰਸਾ ਨਦੀ ਦਾ ਹੜ੍ਹ ਸੀ, ਦੂਜੇ ਪਾਸੇ ਦੁਸ਼ਮਣਾਂ ਦਾ ਹੜ੍ਹ ਸੀ, ਤਾਂ ਵੀ ਗੁਰੂ ਸਾਹਿਬ ਜੀ ਨੇ ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਪਹਿਲ ਦਿੱਤੀ। 7 ਪੋਹ ਤੱਕ ਗੁਰੂ ਸਾਹਿਬ ਦਾ ਪਰਿਵਾਰ ਇਕੱਠਾ ਸੀ, ਪਰ ਇੱਧਰ ਸਰਸਾ ਨਦੀ ਵਿੱਚ ਹੜ੍ਹ ਆਇਆ ਤੇ ਦੂਜੇ ਪਾਸੇ ਦੁਸ਼ਮਣਾਂ ਦਾ ਹੜ੍ਹ। ਇਹਨਾਂ ਦੋਨਾਂ ਤਰ੍ਹਾਂ ਦੇ ਹੜ੍ਹ ਅੰਦਰ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ। ਕੁਝ ਸਿੱਖ ਵੀ ਇੱਕ ਦੂਜੇ ਨੂੰ ਬਚਾਉਂਦੇ ਸਰਸਾ ਵਿੱਚ ਡੁੱਬ ਜਾਂਦੇ ਹਨ। ਇਸ ਤੋਂ ਇਲਾਵਾ ਵਿਦਿਆ ਸਾਗਰ ਗ੍ਰੰਥ ਵੀ ਸਰਸਾ ਨਦੀ ਵਿੱਚ ਵਹਿ ਗਿਆ। ਹੋਰ ਵੀ ਕੁਝ ਲਿਖਤਾਂ ਜੋ ਗੁਰੂ ਸਾਹਿਬ ਦੀਆਂ ਸਨ ਉਹ ਵੀ ਸਰਸਾ ਨਦੀ ਦੀ ਭੇਟ ਚੜ੍ਹ ਗਈਆਂ। 7 ਪੋਹ ਦੀ ਸ਼ਾਮ ਨੂੰ ਗੁਰੂ ਸਾਹਿਬ ਚਮਕੌਰ ਦੀ ਗੜੀ ਵਿੱਚ ਪਹੁੰਚਦੇ ਹਨ। ਪਰਿਵਾਰ ਖਿੰਡ ਚੁੱਕਿਆ ਹੈ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ, ਜਿਨ੍ਹਾਂ ਜ਼ਿੰਮੇਵਾਰੀ ਭਾਈ ਮਨੀ ਸਿੰਘ ਜੀ ਦੀ, ਭਾਈ ਧੰਨਾ ਸਿੰਘ ਜੀ ਦੀ, ਭਾਈ ਜਵਾਹਰ ਸਿੰਘ ਜੀ ਨੂੰ ਹੈ। 2 ਟੈਲਣਾ ਸਨ ਨਾਲ ਬੀਬੀ ਤੇ ਭਾਗੋ। ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਜੀ ਦਿੱਲੀ ਦੇ ਰਹਿਣ ਵਾਲੇ ਸਨ।
8 ਪੋਹ ਨੂੰ ਗੱਡੀਆਂ 'ਤੇ ਸਵਾਰ ਹੋ ਕੇ ਭਾਈ ਮਨੀ ਸਿੰਘ ਜੀ ਮਾਤਾਵਾਂ ਨੂੰ ਲੈ ਕੇ ਦਿੱਲੀ ਨੂੰ ਕੂਚ ਕਰਦੇ ਹਨ। ਦੂਜੇ ਪਾਸੇ ਮਾਂ ਗੁਜਰੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਨਦੀ ਦੇ ਨੇੜੇ ਚਲਦੇ ਚਲਦੇ ਕੁੰਮਾ ਮਾਸ਼ਕੀ ਦੇ ਘਰ ਰੁਕੇ। 7 ਪੋਹ ਦੀ ਰਾਤ ਮਾਤਾ ਜੀ ਨੇ ਇਸ ਝੌਂਪੜੀ ਵਿੱਚ ਕੱਟੀ। 8 ਪੋਹ ਨੂੰ ਗੁਰੂ ਕੇ ਮਹਿਲ ਦਿੱਲੀ ਵੱਲ ਕੂਚ ਕਰ ਜਾਂਦੇ ਹਨ। ਦੂਜੇ ਪਾਸੇ ਚਮਕੌਰ ਦੀ ਗੜੀ ਵਿੱਚ ਜੰਗ ਹੋ ਰਹੀ ਹੈ। 10 ਲੋਕ ਫੌਜ ਦਾ ਟਾਕਰਾ 40 ਸਿੰਘ ਕਰ ਰਹੇ ਹਨ। ਸ਼ਹੀਦੀਆਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਸਾਰਾ ਦਿਨ ਗਹਿ ਗੱਚ ਜੰਗ ਹੁੰਦੀ ਹੈ। ਗੁਰੂ ਜੀ ਤੇ 5 ਸਿੱਖ ਸ਼ਾਮ ਤੱਕ ਬਚਦੇ ਹਨ। ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋ ਜਾਂਦੇ ਹਨ। 5 ਪਿਆਰਿਆਂ ਵਿੱਚੋਂ 3 ਭਾਈ ਹਿੰਮਤ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸਾਹਿਬ ਸਿੰਘ ਜੀ ਸ਼ਹੀਦ ਹੁੰਦੇ ਹਨ। 8 ਪੋਹ ਦਾ ਸੂਰਜ ਛਿਪਦਾ ਹੈ। ਗੁਰੂ ਸਾਹਿਬ ਜੀ ਨਾਲ ਜਿਹੜੇ 5 ਸਿੱਖ ਹਨ ਉਹ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਸਨ। ਇਹਨਾਂ 5 ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਕਿ ਖਾਲਸੇ ਦਾ ਬਚਨ ਹੈ, ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ। ਗੁਰੂ ਸਾਹਿਬ ਜੀ ਨੇ ਖਾਲਸੇ ਦੇ ਹੁਕਮ ਨੂੰ ਪ੍ਰਵਾਨ ਕਰਦੇ ਹੋਏ ਚਮਕੌਰ ਦੀ ਗੜੀ ਵਿੱਚੋਂ ਨਿਕਲਣਾ ਮਨਜ਼ੂਰ ਕਰ ਲਿਆ ਹੈ। ਗੁਰੂ ਜੀ ਨਾਲ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਸਨ। ਭਾਈ ਸੰਗਤ ਜੀ ਨੂੰ ਸੇਵਾ ਦਿੱਤੀ ਕਿ ਤੁਸੀਂ ਮਮਟੀ ਵਿੱਚ ਬਹਿ ਕੇ ਤੀਰ ਚਲਾਉਂਦੇ ਰਹੋ ਤੇ ਭਾਈ ਸੰਤ ਸਿੰਘ ਜੀ ਸੇਵਾ ਸੀ ਕਿ ਤੁਸੀਂ ਨਗਾਰਾ ਵਜਾਉਣਾ ਹੈ ਆਖਰੀ ਸਾਹ ਤੱਕ। ਅਖੀਰ ਦੋਨੋਂ ਸਿੰਘ ਸਾਹਿਬ ਸ਼ਹੀਦ ਹੋ ਜਾਂਦੇ ਹਨ। ਗੁਰੂ ਸਾਹਿਬ ਮਾਛੀਵਾੜੇ ਪਹੁੰਚ ਜਾਂਦੇ ਹਨ। ਉਧਰ ਮਾਂ ਗੁਜਰੀ ਜੀ ਸਰਸਾ ਨਦੀ ਦੇ ਕਿਨਾਰੇ ਰਾਤ ਗੁਜ਼ਾਰਦੇ ਹਨ ਤੇ 7 ਪੋਹ ਦੀ ਰਾਤ ਨੂੰ 8 ਪੋਹ ਨੂੰ ਗੰਗੂ ਮਿਲ ਜਾਂਦਾ ਹੈ, ਜੋ ਇਤਿਹਾਸ ਕਹਿੰਦਾ ਹੈ ਕਿ ਉਹ ਕਿਸੇ ਟਾਈਮ 'ਤੇ ਗੁਰੂ ਦੇ ਮਹਿਲਾਂ ਵਿੱਚ ਰਸੋਈਆ ਸੀ। ਮਾਤਾ ਜੀ ਨੂੰ ਬਿਨਤੀਆਂ ਕਰਕੇ ਉਹ ਆਪਣੇ ਪਿੰਡ ਸਹੇੜੀ ਲੈ ਜਾਂਦਾ ਹੈ ਕਿ ਮੈਂ ਤੁਹਾਨੂੰ ਤੁਹਾਡੇ ਪਰਿਵਾਰ ਨਾਲ ਮਿਲਵਾ ਦਾਂਗਾ। 8 ਪੋਹ ਦੀ ਰਾਤ ਨੂੰ ਮਾਤਾ ਜੀ ਤੇ ਸਾਹਿਬਜ਼ਾਦੇ ਪਿੰਡ ਸਹੇੜੀ ਪਹੁੰਚ ਜਾਂਦੇ ਹਨ, ਪਰ ਗੰਗੂ ਦੀ ਨੀਅਤ ਮਾਤਾ ਜੀ ਕੋਲੋਂ ਸੋਨੇ ਦੀ ਮੋਹਰਾਂ ਵੇਖ ਕੇ ਬੇਈਮਾਨ ਹੋ ਜਾਂਦੀ ਹੈ। ਉਹ ਮੋਹਰਾਂ ਨੂੰ ਹਥਿਆਉਣ ਦੇ ਲਾਲਚ ਵਿੱਚ ਮੋਰਿੰਡੇ ਕੋਤਵਾਲੀ ਵਿੱਚ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀ ਖਬਰ ਪਹੁੰਚਾਉਂਦਾ ਹੈ। 9 ਪੋਹ ਨੂੰ ਸਾਹਿਬਜ਼ਾਦੇ ਤੇ ਮਾਤਾ ਜੀ ਨੂੰ ਕੋਤਵਾਲੀ ਦੀ ਕੋਠੜੀ ਵਿੱਚ ਕੈਦ ਕੀਤਾ ਜਾਂਦਾ ਹੈ। 9 ਪੋਹ ਦੀ ਰਾਤ ਮਾਤਾ ਜੀ ਨੇ ਸਾਹਿਬਜ਼ਾਦੇ ਕੋਠੜੀ ਵਿੱਚ ਕਰਦੇ ਹਨ, ਜਿੱਥੇ ਅੱਜ ਅਸੀਂ ਕੋਤਵਾਲੀ ਸਾਹਿਬ ਗੁਰਦੁਆਰਾ ਉਸ ਨੂੰ ਕਹਿੰਦੇ ਹਾਂ। ਉੱਥੋਂ ਫਿਰ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਸਰਹੰਦ ਲਿਆਇਆ ਜਾਂਦਾ ਹੈ। ਹਾਕਮ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਠੰਡਾ ਬੁਰਜ ਵਿੱਚ ਕੈਦ ਕਰ ਲਿੱਤਾ 10 ਪੋਹ ਨੂੰ। ਇਹ ਵੀ ਇੱਕ ਤਸ਼ੱਦਦ ਦਾ ਤਰੀਕਾ ਸੀ ਕਿ ਬਿਨਾਂ ਕੁਝ ਕੀਤੇ ਸਾਡੇ ਧਰਮ ਨੂੰ ਮੰਨ ਲੈ, ਕਿਉਂਕਿ ਮਾਤਾ ਜੀ ਦੀ ਉਮਰ ਬਜ਼ੁਰਗੀ ਵਿੱਚ ਸੀ ਤੇ ਜਿਹੜੇ ਬਾਲ ਸਨ ਉਹ ਬਚਪਨ ਵਿੱਚ ਸਨ। ਬਚਪਨ ਤੇ ਬਜ਼ੁਰਗੀ ਜ਼ਿਆਦਾ ਤਸ਼ੱਦਦ ਬਰਦਾਸ਼ਤ ਨਹੀਂ ਕਰ ਸਕਦਾ, ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਹਨ। ਉਹ ਮਾਤਾ ਗੁਰੂ ਗੋਬਿੰਦ ਸਿੰਘ ਜੀ ਦੀ ਹੈ, ਉਹ ਪਤਨੀ ਗੁਰੂ ਤੇਗ ਬਹਾਦਰ ਜੀ ਦੀ ਹੈ। ਸਭਾ ਲੱਗਦੀ ਹੈ, 11 ਪੋਹ ਦੀ ਪੇਸ਼ੀ ਹੁੰਦੀ ਹੈ। ਪੇਸ਼ੀ ਦੇ ਦੌਰਾਨ ਬੜੇ ਲਾਲਚ ਡਰਾਵੇ ਦਿੱਤੇ ਜਾਂਦੇ ਹਨ, ਲੇਕਿਨ ਸਾਹਿਬਜ਼ਾਦੇ ਸਿੱਖੀ ਸਿਦਕ ਤੋਂ ਨਹੀਂ ਡੋਲਦੇ। ਬੜੀ ਦ੍ਰਿੜਤਾ ਨਾਲ ਉਹਨਾਂ ਨੂੰ ਜਵਾਬ ਦਿੰਦੇ ਹੋਏ ਆਪਣੀ ਮਾਤਾ ਜੀ ਕੋਲ ਵਾਪਸ ਆਉਂਦੇ ਹਨ ਤੇ ਦੁਸ਼ਮਣਾਂ ਨੂੰ ਨਿਰੁੱਤਰ ਕਰਦੇ ਹਨ। 12 ਪੋਹ ਨੂੰ ਫਿਰ ਸਭਾ ਲੱਗਦੀ ਹੈ। ਫਿਰ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਹੈ, ਉਹਨਾਂ ਨੂੰ ਈਨ ਮੰਨਣ ਤੇ ਮਜਬੂਰ ਕੀਤਾ ਜਾਂਦਾ ਹੈ। ਬੜੇ ਲਾਲਚ ਦਿੱਤੇ ਜਾਂਦੇ ਹਨ, ਬੜੇ ਡਰਾਵੇ ਦਿੱਤੇ ਜਾਂਦੇ ਹਨ।
ਪਰ ਉਹ ਜਕਾਰਿਆਂ ਦੀ ਗੂੰਜ ਵਿੱਚ ਸਭ ਨੂੰ ਨਿਰੁੱਤਰ ਕਰ ਦਿੰਦੇ ਹਨ। 13 ਪੋਹ ਨੂੰ ਫਤਵਾ ਸੁਣਾਇਆ ਜਾਂਦਾ ਹੈ ਕਿ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਜਾਵੇ। ਮਲੇਰਕੋਟਲਾ ਵਾਲਾ ਹਾ ਦੀ ਨਾਰਾ ਮਾਰਦਾ ਹੈ, ਕਹਿੰਦਾ ਹੈ ਬਾਪ ਦਾ ਬਦਲਾ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ, ਬਾਪ ਦਾ ਬਦਲਾ ਬੱਚਿਆਂ ਤੋਂ ਨਹੀਂ ਲਿਆ ਜਾ ਸਕਦਾ, ਇਹ ਘੋਰ ਅਤ ਜ਼ੁਲਮ ਹੈ। ਇਤਿਹਾਸ ਗਵਾਹ ਹੈ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਗਿਆ ਤਾਂ ਸਾਹਿਬਜ਼ਾਦਿਆਂ ਨੇ ਜਕਾਰੇ ਛੁਡਾਏ। ਜਦੋਂ ਨੀਹਾਂ ਉੱਪਰ ਤੱਕ ਹੋਈਆਂ ਤੇ ਉਹ ਬੇਹੋਸ਼ ਹੋ ਗਏ। ਬੇਹੋਸ਼ ਹੋਣ ਨਾਲ ਦੀਵਾਰ ਗਿਰ ਗਈ। ਉਸ ਤੋਂ ਬਾਅਦ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਤਲੀਆਂ ਵਗੈਰਾ ਮਲੀਆਂ ਉਹਨਾਂ ਦੀਆਂ, ਅਤੇ ਉਹਨਾਂ ਨੂੰ ਫਿਰ ਪੁੱਛਿਆ ਗਿਆ ਕਿ ਜੇ ਤੁਸੀਂ ਧਰਮ ਸਾਡਾ ਕਬੂਲ ਕਰਦੇ ਹੋ ਤਾਂ ਅਸੀਂ ਤੁਹਾਨੂੰ ਬਖਸ਼ ਦੇਵਾਂਗੇ। ਉਹਨਾਂ ਨੇ ਉਹਨਾਂ ਦੀ ਈਨ ਨਹੀਂ ਮੰਨੀ, ਸਿੱਖੀ ਸਿਦਕ ਤੋਂ ਨਹੀਂ ਡੋਲੇ। ਇਸ ਤੋਂ ਬਾਅਦ ਸਾਸ਼ਲ ਬੇਗ ਤੇ ਬਾਸ਼ਲ ਬੇਗ ਨੇ ਛੁਰੇ ਚਲਾਏ ਤੇ ਗਲੇ ਜੇਵਾ ਕੀਤੇ। ਸਾਹਿਬਜ਼ਾਦਿਆਂ ਦੇ ਸਰੀਰਾਂ ਨੂੰ ਕਸ਼ਟ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਜ਼ੋਰਾਵਰ ਸਿੰਘ ਜੀ ਦੇ ਪ੍ਰਾਣ ਜਲਦੀ ਛੁੱਟ ਗਏ, ਪਰ ਬਾਬਾ ਫਤਿਹ ਸਿੰਘ ਜੀ 12 ਕੁ ਮਿੰਟ ਚਰਨ ਮਾਰਦੇ ਰਹੇ। ਮਾਂ ਗੁਜਰੀ ਜੀ ਕੈਦ ਅੰਦਰ ਸ਼ਹੀਦ ਹੋਏ। ਆਪਣੇ ਪੋਤਰਿਆਂ ਦੀ ਸਿੱਖੀ ਸਿਦਕ ਨੂੰ ਵੇਖਦੇ ਹੋਏ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਹਾਕਮਾਂ ਨੇ ਇਹ ਚਾਹਿਆ ਕਿ ਇਹਨਾਂ ਸਰੀਰਾਂ ਨੂੰ ਕੋਈ ਸਾਂਭਣ ਵਾਲਾ ਨਾ ਹੋਵੇ, ਕਿਉਂਕਿ ਇਸ ਤਰ੍ਹਾਂ ਦਹਿਸ਼ਤ ਫੈਲੇਗੀ ਤੇ ਨਾਲੇ ਸੱਚ ਦੀ ਕੋਈ ਗੱਲ ਕਰਨ ਵਾਲਾ ਨਹੀਂ ਬਚੇਗਾ। ਅਖੀਰ ਐਸੀ ਸ਼ਰਤ ਰੱਖੀ ਗਈ ਜਿਸ ਨੂੰ ਕੋਈ ਪੂਰਾ ਨਾ ਕਰ ਸਕੇ। ਸ਼ਰਤ ਰੱਖੀ ਕਿ ਸੋਨੇ ਦੀ ਮੋਹਰਾਂ ਖੜੀਆਂ ਕਰਕੇ ਧਰਤੀ ਦੇ ਟੁਕੜੇ 'ਤੇ ਵਿਛਾਈਏ ਜਾਣ ਤੇ ਓਨਾ ਹੀ ਧਰਤੀ ਦਾ ਟੁਕੜਾ ਦਿੱਤਾ ਜਾਏਗਾ। ਇਹ ਸੁਣ ਕੇ ਦੀਵਾਨ ਟੋਡਰਮਲ ਜੀ ਆਏ। ਉਹਨਾਂ ਨੇ ਸੋਨੇ ਦੀ ਮੋਹਰਾਂ ਖੜੀਆਂ ਕਰਕੇ ਧਰਤੀ ਦਾ ਟੁਕੜਾ ਖਰੀਦਿਆ, ਜੋ ਅੱਜ ਸੰਸਾਰ ਵਿੱਚ ਸਭ ਤੋਂ ਮਹਿੰਗੀ ਜ਼ਮੀਨ ਮੰਨੀ ਜਾਂਦੀ ਹੈ। ਪਰਮਾਤਮਾ ਨੇ ਉਸ ਦੀ ਝੋਲੀ ਵਿੱਚ ਇਹ ਸੇਵਾ ਪਾਈ। ਇੱਕੋ ਚਿਖਾ 'ਤੇ ਤਿੰਨਾਂ ਦਾ ਸੰਸਕਾਰ ਕੀਤਾ ਗਿਆ, ਜਿੱਥੇ ਅੱਜ ਗੁਰਦੁਆਰਾ ਜੋਤੀ ਸਰੂਪ ਸੁਸ਼ੋਭਿਤ ਹੈ। ਗੁਰੂ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਖੜਾ ਪੈਂਡਾ ਜੋ ਸੁਣਿਆ, ਦੇਖਿਆ ਤੇ ਮਹਿਸੂਸ ਕੀਤਾ, ਜੋ ਦਿਲ ਕੰਬਾਊ ਘਟਨਾ ਹੈਗੀ ਹੈ। ਇਤਿਹਾਸ ਗਵਾਹ ਹੈ ਕਿ ਅੱਜ ਵੀ ਜਿਹੜਾ ਵੀ ਉੱਥੇ ਜਾਂਦਾ ਹੈ ਸਰਹੰਦ ਦੀ ਧਰਤੀ 'ਤੇ ਬਿਨਾਂ ਅੱਖ ਗਿੱਲੀ ਕੀਤੇ ਵਾਪਿਸ ਨਹੀਂ ਆਉਂਦਾ। ਅੱਖਾਂ ਵਿੱਚੋਂ ਹੰਝੂ ਇੰਝ ਹੀ ਵਹਿੰਦੇ ਰਹਿੰਦੇ ਹਨ। ਤੇਰੇ ਲਾਲਾਂ ਦਾ ਖੂਨ ਜੇ ਡੁੱਲਦਾ ਨਾ, ਸਿਰ ਸਿੱਖੀ ਦੇ ਤਖਤ ਨਾ ਤਾਜ ਰਹਿੰਦਾ। ਤਾਲੇ ਟੁੱਟਦੇ ਨਾ ਗੁਲਾਮੀਆਂ ਦੇ, ਦੇਸ਼ ਉਵੇਂ ਹੀ ਅੱਜ ਮੁਤਾਜ ਰਹਿੰਦਾ। ਨੌਵੇਂ ਗੁਰੂ ਜੇ ਬਲੀਦਾਨ ਨਾ ਦਿੰਦੇ ਤੇ ਜੰਝੂ ਲਾਉਣ ਦਾ ਅੱਜ ਰਿਵਾਜ ਰਹਿੰਦਾ। ਦਸਮ ਪਿਤਾ ਸਰਬੰਸ ਜੇ ਵਾਰਦੇ ਨਾ ਤੇ ਅਮਰ ਅੱਜ ਵੀ ਮੁਗਲ ਦਾ ਰਾਜ ਰਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।